ਕਾਰ ਕਰਦਿਆਂ ਕਰਦਿਆਂ ਵੀ ਵਾਹਿਗੁਰੂ 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 ਕਰੇ। निस दिन मैंने कबो बिसारै, ज्यों लोभी धन में मन धारै। ਕਹਿੰਦੇ ਜਿਵੇਂ ਲੋਭੀ ਬੰਦਾ ਧਨ ਦੇ ਵਿੱਚ ਮਨ ਰੱਖਦਾ ਆਪਣਾ, ਇਸੇ ਤਰ੍ਹਾਂ ਗੁਰਸਿੱਖ ਦਾ ਮਨ ਨਾਮ ਦੇ ਵਿੱਚ ਹਰ ਵਕਤ ਲੋਭ ਕਰੇ ਨਾਮ ਦਾ। ਇਹ ਲਾਲਚ ਹਉ ਗੁਣ ਤਉ ਉਚਰੋਂ, ਬਈ ਤੁਹਾਡੇ ਗੁਣ ਉਚਾਰਦਾ ਰਹਾਂ ਰੱਜਾਂ ਨਾ। ਨਾਮ ਜਪਦਿਆਂ 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 ਰੱਜ ਨਾ ਆਵੇ, ਬਸ ਜਪਦਾ ਹੀ ਜਾਵਾਂ। लिव लग जाए पके अभ्यासा, सने सने तन हंता नासा। ਫੇਰ ਲਿਵ ਲੱਗ ਜਾਂਦੀ ਨਾਮ ਜਪਣ ਨਾਲ, ਅਭਿਆਸ ਹੋ ਜਾਂਦਾ, ਤਨ ਹੰਗਤਾ ਛੁੱਟ ਜਾਂਦੀ ਹੈ। ਹੌਲੀ ਹੌਲੀ ਸਰੀਰ ਦੀ ਹੰਗਤਾ, ਮਮਤਾ, ਮੈਲਾਂ, ਵਿਕਾਰ, ਮਲ, ਵਿਖੇਪ, ਅਵਰਨ ਸਭ ਮੈਲਾਂ ਉਤਰ ਜਾਂਦੀਆਂ ਨੇ। ਮੂਲਾ ਵਿਦਿਆ, ਤੁਲਾ ਵਿਦਿਆ, ਇਹ ਹੁਣ ਤੁਹਾਡਾ ਸੁਣਿਆ ਹੋਇਆ ਹੀ ਤੁਹਾਡੇ ਕੰਮ ਆਵੇਗਾ। ਕਿਉਂ ਹੁਣ ਕਹਿਣ ਦੀ ਲੋੜ ਨਹੀਂ ਕਿ ਮੂਲਾ ਵਿਦਿਆ ਕੀ ਹੈ, ਤੁਲਾ ਵਿਦਿਆ ਕੀ ਹੈ, ਵਿਖੇਪ, ਅਵਰਨ ਕੀ ਹੈ। ਇਹ ਸਾਰਾ ਕੁਝ ਸੁਣਨ ਤੋਂ ਬਾਅਦ ਫਿਰ ਸੌਖਾ ਹੋ ਜਾਂਦਾ। ਇਸ ਤਰ੍ਹਾਂ ਜਿੰਨੀਆਂ ਵੀ ਆਪਾਂ ਪਿੱਛੇ ਅਵਸਥਾਵਾਂ ਸੁਣੀਆਂ ਨੇ, ਇਹ ਜਿੰਨਿਆਂ ਦੀ ਵੀ ਅੱਜ ਤੱਕ ਮੈਂ ਅਵਸਥਾ ਬਣੀ ਦੇਖੀ ਹੈ, ਇਹ ਪੱਕਾ ਵੀ ਉਹ 2 ਵਜੇ ਜਾਂ 3 ਵਜੇ ਉੱਠਦੇ ਨੇ। ਇਹ ਜਿਹੜੇ ਦਿਨੇ ਉੱਠਣ ਵਾਲੇ, ਉਹਨਾਂ ਦੀ ਮੈਂ ਅਵਸਥਾ ਬਣੀ ਨਹੀਂ ਦੇਖੀ ਹਲੇ ਤੱਕ, ਵੀ ਤੜਕੇ 7-8 ਵਜੇ ਨਹਾ ਕੇ ਅਵਸਥਾ ਬਣਦੀ ਹੋਵੇ। ਅਵਸਥਾ ਸਿਰਫ ਸਵੇਰੇ ਬਣਦੀ, ਜਦੋਂ ਵਾਹਿਗੁਰੂ ਦੇ ਬਖਸ਼ਿਸ਼ ਦੇ ਦਰਵਾਜ਼ੇ ਖੁੱਲ੍ਹਦੇ ਨੇ, ਉਦੋਂ ਆਪਾਂ ਸੁੱਤੇ ਪਏ ਹੁੰਦੇ ਆ। ਜਦੋਂ ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲਾ ਨਾ ਭਾਓ, ਉਹ ਰਾਤ ਨੂੰ ਹੀ ਤਾਂ ਵੰਡਦੇ ਨੇ। ਉਹ 12:30 1 ਵਜੇ ਤੋਂ ਬਾਅਦ, 1 ਵਜੇ ਤੋਂ ਬਾਅਦ ਆਪਣਾ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਤਾਂ ਦੇਵਤਿਆਂ ਨੂੰ ਵਰਤਾਉਂਦੇ ਨੇ। 1:30 ਵਜੇ ਤੋਂ 2 ਵਜੇ ਦੇ ਦਰਮਿਆਨ ਫਿਰ ਸ਼ੁਰੂ ਹੋ ਜਾਂਦਾ, ਆਪਣੇ ਬੰਦੇ ਉੱਠਣੇ ਸ਼ੁਰੂ, 2 ਸਵਾ 2, ਫਿਰ ਇਹਨਾਂ ਨੂੰ ਵਰਤਾਉਂਦੇ ਨੇ। ਫਿਰ ਜਦ ਕਿ ਜੇ ਨੂੰ ਉਹਨਾਂ ਦੇ ਕਬਾੜ ਬੰਦ ਹੋ ਜਾਂਦੇ ਨੇ, ਉਦੋਂ ਨੂੰ ਆਪਣੇ ਵਰਗੇ ਦੀ ਅੱਖ ਖੁੱਲ੍ਹਦੀ ਹੈ। ਫਿਰ ਸਾਰੀ ਜ਼ਿੰਦਗੀ ਕਹਿੰਦੇ ਮੇਰੇ ਤੇ ਬਖਸ਼ਿਸ਼ ਨਹੀਂ ਹੋਈ। ਮਹਾਰਾਜ ਕਹਿੰਦੇ ਜਦੋਂ ਸਮਾਂ ਹੁੰਦਾ ਉਦੋਂ ਆਉਂਦਾ ਨਹੀਂ, ਤੇ ਜਦੋਂ ਸਮਾਂ ਨਹੀਂ ਹੁੰਦਾ ਉਦੋਂ ਆ ਕੇ ਮੇਰੇ ਕੋਲ ਖੜ ਜਾਂਦਾ। ਇਸ ਕਰਕੇ ਜਿਹੜੀ ਆ ਨਾ ਭਿੰਨੀ ਰਹਿਨੜੀ ਆ, ਚਮਕਨ ਤਾਰੇ ਜਾਗੈ ਸੰਤ ਜਨਾ ਮੇਰੇ RAM ਪਿਆਰੇ। ਜਿੰਨੀ ਵੀ ਕਿਰਪਾ ਹੋਣੀ ਹੈ ਰਾਤ ਨੂੰ ਹੋਣੀ ਜ਼ਿਆਦਾ। ਇਸ ਕਰਕੇ ਜੇ ਕਿਸੇ ਨੇ ਕਿਰਪਾ ਲੈਣ ਦਾ ਨਿਸ਼ਚਾ ਕੀਤਾ ਤਾਂ ਉਹ ਰਾਤ ਨੂੰ ਬੈਠੋ। ਜ਼ਿਆਦਾਤਰ ਜਦੋਂ ਸਾਰੀ ਦੁਨੀਆ ਸੌਂ ਜਾਂਦੀ ਹੈ, ਪਹਿਲੀ ਰਾਤ, ਚਾਹੇ ਤਾਂ 11 ਵਜੇ ਤੋਂ ਲੈ ਕੇ 2-3 ਵਜੇ ਤੱਕ ਸਿਮਰਨ ਕਰ ਲਓ, ਫਿਰ ਸੌਂ ਜਾਓ। 11 ਤੋਂ 12 ਕਰ ਲਓ, 12 ਤੋਂ 1 ਕਰ ਲਓ। ਇਸ ਤਰ੍ਹਾਂ ਕੀਤਾ ਜਾ ਸਕਦਾ। 11 ਵਜੇ ਇਸ਼ਨਾਨ ਜੇ ਕਰਨਾ ਹੋਵੇ, ਉਹ ਤਾਂ ਉਹਨਾਂ ਲੋਕਾਂ ਲਈ ਪਿੱਛੇ ਜੇ ਕਥਨ ਕੀਤਾ ਸੀ ਜਿਹੜੇ ਸਵੇਰੇ ਸਵੇਰੇ ਇਸ਼ਨਾਨ ਨਹੀਂ ਕਰਦੇ। ਇੱਕ ਵਾਰ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਆਪਾਂ ਜਦੋਂ ਮਰਜ਼ੀ ਕਰ ਸਕਦੇ। ਇਸ ਤਰ੍ਹਾਂ ਇਸ਼ਨਾਨ ਕਰਕੇ ਰਾਤ ਟਿੱਕੀ ਦੇ ਵਿੱਚ ਤਾਰਿਆਂ ਦੀ ਛਾਵੇਂ ਬਹਿ ਕੇ, ਛੱਤ ਦੇ ਉੱਤੇ ਫਿਰ ਬਹਿ ਕੇ, ਜਦੋਂ ਕੋਈ ਨਹੀਂ ਜਾਗਦਾ, ਫਿਰ ਸਿਮਰਨ ਕਰੇ। ਸ਼ਰਵਣ ਗਿਆਨ ਮੈਂ ਪੁੰਨ ਲੱਗ ਜਾਏ, ਸੱਚ ਦਾ ਆਨੰਦ ਬ੍ਰਹਮ ਜਿਸ ਭਾਏ। ਫਿਰ ਇਹ ਸ਼ਰਵਣ ਗਿਆਨ ਵਿੱਚ ਲੱਗ ਜਾਵੇ, ਜਿਹੜਾ ਪਹਿਲਾਂ ਦੱਸ ਚੁੱਕੇ, ਸ਼ਰਵਣ, ਮੰਨਣ, ਨਿਧਿਆਸਣ। ਸ਼ਰਵਣ ਗਿਆਨ ਦੇ ਚ ਲੱਗੇ, ਸੁਣੇ ਬਾਣੀ ਕੀ ਕਹਿੰਦੀ ਹੈ, ਮੈਨੂੰ ਕੀ ਹੁਕਮ ਹੈ। ਜੇ ਇੱਕ ਪੰਗਤੀ ਵੀ ਮੰਨਣ ਲੱਗੀ ਰੋਜ਼, ਤਾਂ 1 ਸਾਲ ਵਿੱਚ 365 ਪੰਗਤੀਆਂ ਦਾ ਹੁਕਮ ਮੰਨ ਲਿਆ। ਇੱਕ ਪੰਗਤੀ ਨੂੰ ਰੋਜ਼ ਕਮਾ ਲਓ ਵੀ ਆਹ ਪੰਗਤੀ 'ਚ ਅੱਜ ਕੀ ਹੁਕਮ ਹੈ, ਦੂਸਰੀ ਪੰਗਤੀ 'ਚ ਕੀ ਹੁਕਮ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸੱਚ ਦਾ ਆਨੰਦ ਬ੍ਰਹਮ ਹੈ ਨਾ, ਜਿਸ ਤਰੀਕੇ ਦੇ ਨਾਲ ਉਹਦੇ ਵਿੱਚ ਫਿਰ ਜੀਵ ਲੱਗ ਜਾਂਦਾ ਹੈ। ਕਰ ਨਿਰਨੈ ਮਨ ਦੇ ਕਰ ਸੁਨੇ, ਤਜੈ ਨ ਤਬ ਸਿਮਰਨ ਨਿਤ ਬਨੇ। ਕਹਿੰਦੇ ਨਿਰਣਾ ਕਰੇ ਮਨ ਦੇ ਕੇ ਬਾਣੀ ਨੂੰ ਸੁਣੇ। ਕੀ ਲਿਖਿਆ, ਬਹੁਤ ਆਨੰਦਮਈ ਬਾਣੀ ਹੈ। ਕਿਤਨਾ ਆਨੰਦ ਹੈ ਬਾਣੀ ਅੰਦਰ। ਇੱਕ ਪੰਗਤੀ ਬਹੁਤ ਅਮੋਲਕ ਪੰਗਤੀ। ਆਨੰਦ ਸਾਹਿਬ ਦੇ ਅੰਦਰ ਦੇਖੋ ਤਾਂ ਕਿੰਨੀਆਂ ਮੋਲਕ ਪੰਗਤੀਆਂ। ਜਪਜੀ ਸਾਹਿਬ ਪੜ੍ਹਦੇ ਆ, ਫਿਰ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਇਤਨਾ ਭੰਡਾਰਾ ਸੁਖਮਨੀ ਸਾਹਿਬ ਦੇ ਵਿੱਚ। ਜਿਵੇਂ ਕੋਈ ਮਹਾਂਪੁਰਸ਼ ਕਹਿੰਦੇ ਸੀ, ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਤੱਤ ਦੇਖਣਾ, ਸੁਖਮਨੀ ਸਾਹਿਬ ਹੈ ਸਾਰਾ। ਕਿਉਂ ਕਦੇ ਵੀ ਕਥਾ ਕਰੀਏ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਥਾ ਲੈ ਕੇ ਸ਼ੁਰੂ ਤੋਂ ਅਖੀਰ ਤੱਕ ਸੁਖਮਨੀ ਸਾਹਿਬ ਦੀ ਪੰਕਤੀ ਹਰ ਸ਼ਬਦ ਵਿੱਚ ਕੋਈ ਨਾ ਕੋਈ ਢੁੱਕ ਜਾਂਦੀ ਆ ਕੇ। ਇਸ ਕਰਕੇ ਸਾਰ ਤੱਤ ਨਿਚੋੜ ਹੈ ਸਾਰਾ। ਤਾਂ ਮਹਾਰਾਜ ਕਹਿੰਦੇ ਨੇ ਕਿ ਅਰਥਾਂ ਦੀ ਵਿਚਾਰ ਜ਼ਰੂਰ ਕਰੇ,
ਬਹੁਤ ਕੁਛ ਹੈ ਸੁਖਮਨੀ ਸਾਹਿਬ ਦੇ ਵਿੱਚ, ਡੂੰਘਾ ਡੂੰਘਾ ਹੋਰ ਡੂੰਘਾ, ਪਰ ਨਿਰਣਾ ਕਰਨਾ ਪੈਂਦਾ। ਜਦੋਂ ਤੱਕ ਆਹ ਸਾਰੀ ਚੀਜ਼ ਆਪਾਂ ਹੁਣ ਤੱਕ ਸੁਣੀ ਨਹੀਂ ਸੀ, ਬੜੀ ਡੂੰਘਾਈ ਹੈ ਇਹਦੇ 'ਚ। ਹਾਲੇ ਤੁਸੀਂ ਇਹ 25% ਸੁਣਿਆ, ਜਿਹੜਾ ਸੁਣਿਆ 15 ਦਿਨ 'ਚ। ਇਹਦਾ ਵਿਸਥਾਰ ਜ਼ਿਆਦਾ ਨਹੀਂ ਕੀਤਾ, ਚੱਲਵਾਂ ਜਿਹਾ ਵਿਸਥਾਰ ਹੈ ਇਹ। ਜਿਹੜੇ ਗਿਆਨਵਾਨ ਲੋਕ ਨੇ, ਜਿਹੜੇ ਸਾਡੇ ਉਸਤਾਦ ਨੇ, ਜਿਹੜੇ ਬਹੁਤ ਮਹਾਂਪੁਰਖਾਂ ਤੋਂ ਅੱਗੇ ਤੱਕ ਸਾਡੇ ਤੋਂ ਵੀ ਪੜ੍ਹੇ ਹੋਏ ਨੇ, ਜੇ ਉਹ ਇਹ ਸੁਣਨਗੇ ਕਹਿੰਦੇ ਕੀ ਨਿਆਣਿਆਂ ਵਾਲੀਆਂ ਗੱਲਾਂ ਸੁਣਾ ਕੇ ਆਇਆ ਸੰਗਤ ਨੂੰ ਉੱਥੇ, ਇਹ ਕੋਈ ਤੂੰ ਸੁਣਾ ਕੇ ਆਇਆ, ਇਹਦੇ ਵਿੱਚ ਆਹ ਨਹੀਂ ਗੱਲ ਸੁਣਾਈ, ਆਹ ਨਹੀਂ ਸੁਣਾਈ, ਫਿਰ ਉਹਨਾਂ ਨੂੰ ਹੱਥ ਜੋੜ ਕੇ ਕਹਿਣਾ ਪੈਂਦਾ, ਭਾਈ ਉਹ ਸਾਡੀ ਸੰਗਤ ਹਾਲੇ ਨਵੀਂ ਨਵੀਂ ਆ, ਤਾਂ ਪਹਿਲੀ ਵਾਰ ਸੁਣਿਆ ਉਹਨਾਂ ਨੇ, ਅਗਲੇ ਸਾਲ ਇਦੋਂ ਜ਼ਿਆਦਾ ਫਿਰ ਅਗਲੀ ਵਾਰੀ ਕਰ ਦਿਆਂਗੇ ਵਿਸਤਾਰ, ਫਿਰ ਹੋਰ ਕਰ ਦਿਆਂਗੇ, ਕਿਉਂਕਿ ਬਹੁਤਾ ਜ਼ਿਆਦਾ ਗਿਆਨ ਵੀ ਨੁਕਸਾਨ ਦੇ ਜਾਂਦਾ ਕਈ ਵਾਰੀ। ਇਸ ਕਰਕੇ ਜਿੰਨੇ ਗਿਆਨ ਦੀ ਲੋੜ ਸੀ। ਪੁਨ ਜੁਗਤ ਨਾਮ ਨਹਿ ਤਿਆਗਨ ਜਾਣੈ ਸੁਖ ਧਾਮ। ਕਹਿੰਦੇ ਇੱਕ ਗੱਲ ਯਾਦ ਰੱਖੋ, ਭਾਵੇਂ ਤੁਹਾਨੂੰ ਬ੍ਰਹਮ ਗਿਆਨ ਹੋ ਜਾਏ ਪਰ ਨਾਮ ਨਹੀਂ ਛੱਡਣਾ। ਜੇ ਗਿਆਨ ਹੋ ਜਾਂਦਾ, ਗਿਆਨ ਆਪਣੀ ਥਾਂ ਤੇ ਹੈ ਪਰ ਨਾਮ ਆਪਣੀ ਥਾਂ ਤੇ ਹੈ। ਗਿਆਨ ਪ੍ਰਾਪਤ ਹੋ ਗਿਆ ਹੈ, ਪਰ ਗੁਰਮਤਿ ਇਹ ਕਹਿੰਦੇ ਆ ਕਿ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਵੀ ਨਾਮ ਜਪੀ ਜਾਣਾ ਹੈ। ਹੁਣ ਬ੍ਰਿਤੀ ਚੜੀ ਨਿਧਿਆਸਨ ਜਾਏ, ਆਨੰਦ ਆਤਮਾ ਬਿਖੈ ਟਿਕਾਏ। ਫਿਰ ਬਿਰਤੀ ਸ਼ਰਵਣ ਮੰਨਣ ਕਰਦੀ ਹੋਈ ਨਿਧਿਆਸਣ 'ਚ ਚਲੀ ਜਾਂਦੀ ਹੈ, ਸਿਮਰਨ ਵਿੱਚ ਚਲੀ ਜਾਂਦੀ ਹੈ। ਬੈਖਰੀ ਮਧਮਾ ਪਸੰਤੀ ਪਰਾ ਰੋਮ ਰੋਮ ਬਾਣੀ ਸਿਮਰਨ, ਇੱਥੇ ਜਾ ਕੇ ਆਨੰਦ ਆਤਮਾ ਵਿੱਚ ਬਾਣੀ ਟਿਕ ਜਾਂਦੀ। ਸਜਾਤੀ ਪ੍ਰਤੈ ਬਿਖੈ ਪਰਵਾ, ਪ੍ਰਾਪਤ ਭਇਓ ਆਨੰਦ ਕੇ ਮਾਏ। ਇਹ ਬਿਰਤੀਆਂ ਪਿੱਛੇ ਨਹੀਂ ਸੀ ਆਈਆਂ, ਇੱਥੇ ਇੱਕ ਦਾ ਹੀ ਇਸ਼ਾਰਾ ਕੀਤਾ ਹੈ। ਇਹ ਦੋ ਬਿਰਤੀਆਂ ਨੇ ਆਪਣੀਆਂ, ਸਜਾਤੀ ਤੇ ਵਿਜਾਤੀ। ਸਜਾਤੀ ਬਿਰਤੀ ਉਹ ਹੁੰਦੀ ਹੈ ਜਿਹੜੀ ਬ੍ਰਹਮ ਵੱਲ ਨੂੰ ਚੱਲ ਪਵੇ। ਇਹ ਇੱਥੇ ਆ ਕੇ ਹੁਣ ਸਜਾਤੀ ਬਿਰਤੀ ਤੇ ਵਿਜਾਤੀ ਬਿਰਤੀ ਜਿਹੜੀ ਇਹ ਸਰਵਣ ਮੰਨਣ ਨਿਧਿਆਸਣ ਦਾ ਹੀ ਹਿੱਸਾ ਹੈ। ਇਹ ਜਪਜੀ ਸਾਹਿਬ ਦੀ ਕਥਾ ਵਿੱਚ ਇਹਦੀ ਜ਼ਿਆਦਾ ਵਿਆਖਿਆ ਹੈ। ਸੋ ਇਸ ਕਰਕੇ ਇਹ ਕਹਿੰਦੇ ਨੇ ਕਿ ਸਜਾਤੀ ਬਿਰਤੀ ਉਹ ਹੈ ਜਿਹੜੀ ਬ੍ਰਹਮ ਵੱਲ ਨੂੰ ਚੱਲ ਪਵੇ। ਸਜਾਤੀ ਬਿਰਤੀ ਦਾ ਪ੍ਰਵਾਹ ਸ਼ੁਰੂ ਕਰਨਾ ਹੈ ਤੇ ਵਿਜਾਤੀ ਬਿਰਤੀ ਦਾ ਪ੍ਰਵਾਹ ਰੋਕਣਾ ਹੈ। ਵਿਜਾਤੀ ਬਿਰਤੀ ਉਹ ਹੁੰਦੀ ਜੀ ਵਿਜਾਤੀ ਉਲਟ, ਸਾਡੀ ਜਾਤੀ ਤੋਂ ਉਲਟ, ਮਤਲਬ ਕਿ ਔਗਣ ਜਿਹੜੇ ਨੇ, ਔਗਣਾਂ ਦੇ ਪ੍ਰਵਾਹ ਨੂੰ ਰੋਕ ਕੇ ਸਜਾਤੀ ਬਿਰਤੀ ਨੂੰ ਚੱਲਣ ਦੇਣਾ, ਵਿਜਾਤੀ ਬਿਰਤੀ ਨੂੰ ਰੋਕ ਦੇਣਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮਨ ਬ੍ਰਹਮ ਗਿਆਨ 'ਚ ਜੁੜਦਾ ਹੈ। ਤਬ ਵੀ ਨਾਹਿਨ ਨਾਮ ਵਿਸਾਰੋ, ਹਿਰਦੈ ਬਿਖੈ ਕੈ ਮੁਖ ਉਚਾਰੋ। ਇਹ ਕਹਿੰਦੇ ਗਿਆਨ ਹੋ ਵੀ ਜਾਵੇ ਫਿਰ ਵੀ ਹਿਰਦੇ ਦੇ ਵਿੱਚ ਹਰ ਜਨ ਸਿਮਰੋ ਹਿਰਦੈ ਰਾਮ। ਸੋ ਹਰ ਜਨ ਕੋ ਆਪਦਾ ਨਿਕਟ ਨਾ ਆਵੇ, ਪੂਰਨ ਦਾਸ ਕੇ ਕਾਮ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਿ ਹਿਰਦੈ ਹਰ 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 ਤੁਹਾਨੂੰ ਉਪਜੀ। ਜਿਹੜਾ ਹੈ ਅੰਦਰ ਗਿਆਨ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ, ਸਭ ਕੁਝ ਠੀਕ ਹੈ, ਪਰ ਨਾਮ ਨਹੀਂ ਛੱਡਣਾ। ਬ੍ਰਹਮ ਗਿਆਨੀ ਤਾਈਓ ਮਾਲਾ ਫੜ ਕੇ ਰੱਖਦੇ ਨੇ, ਭਾਵੇਂ ਬ੍ਰਹਮ ਗਿਆਨ ਵਿੱਚ ਵੀ ਚਲੇ ਜਾਣ ਤਾਂ ਵੀ ਉਹ ਵਾਹਿਗੁਰੂ 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 ਮੂੰਹ ਨਾਲ ਵੀ ਕਰਦੇ ਰਹਿੰਦੇ ਨੇ, ਕਿਉਂਕਿ ਬ੍ਰਹਮ ਗਿਆਨ ਜਿਹੜਾ ਸੰਪੂਰਨ ਹੈ ਉੱਥੇ ਤੱਕ ਤਾਂ ਕੋਈ ਜਾਂਦਾ ਹੀ ਨਹੀਂ। ਉੱਥੇ ਤੱਕ ਚਲਿਆ ਜਾਵੇ ਫਿਰ ਉਹ ਰਹਿੰਦਾ ਹੀ ਥੋੜੇ ਦਿਨ ਹੈ। ਉਦੋਂ ਪਹਿਲਾਂ ਗਿਆਨ ਹੋ ਕੇ ਉਹਦੇ ਡਿੱਗਣ ਦਾ ਡਰ ਰਹਿੰਦਾ, ਸਿਥਲ ਹੋ ਜਾਂਦਾ ਕਈ ਵਾਰੀ। ਉਹਦੇ ਲਈ ਲੋੜ ਪੈਂਦੀ ਹੈ ਸਿਮਰਨ ਦੀ। ਇਸ ਕਰਕੇ ਜਿਹੜਾ ਵੀ ਕੋਈ ਕਿਸੇ ਨੂੰ ਵੀ ਸੰਗਤ ਵਿੱਚ ਮਾੜਾ ਮੋਟਾ ਪ੍ਰਕਾਸ਼ ਹੋਇਆ ਜੇ ਜਾਂ ਕੋਈ ਅਵਸਥਾ ਬਣੀ ਹੋਈ ਹੈ, ਉਹ ਇਹ ਨਾ ਆਖੇ ਬਸ ਵੀ ਮੈਂ ਤਾਂ ਹੁਣ ਬਣ ਗਿਆ। ਨਹੀਂ, ਹਲੇ ਬਣਿਆ ਨਹੀਂ, ਹਲੇ ਤਾਂ ਸ਼ੁਰੂ ਹੋਇਆ ਕੰਮ। ਇਹ ਬਿਰਤੀਆਂ ਨੂੰ ਟਿਕਾਉਣਾ ਪੈਂਦਾ ਸਿਮਰਨ ਦੇ ਆਸਰੇ। ਇਹਨਾਂ ਨੂੰ ਸਿਮਰਨ ਦਾ ਆਸਰਾ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਗਲਾ ਆਕਾਰ। ਨਾਮ ਦੇ ਆਸਰੇ ਤਾਂ ਤਾਰੇ ਟਿਕੇ ਖੜੇ ਨੇ ਅਸਮਾਨ 'ਚ, ਨਾਮ ਦੇ ਆਸਰੇ ਹੀ ਆਪਣੀ ਬਿਰਤੀ ਟਿਕਦੀ ਹੈ, ਨਾਮ ਦੇ ਆਸਰੇ ਬ੍ਰਹਮ ਗਿਆਨ ਟਿਕਦਾ ਹੈ। ਹੁਣ ਸਖਿਆਤ ਕਾਰ ਹੋਏ ਜਾਏ, ਤਬ ਇੱਕ ਹੋਏ ਆਪੇ ਮਿਟ ਜਾਏ। ਹਾਂ, ਇੱਥੇ ਆ ਕੇ ਆਪਾ ਮਿਟਦਾ। ਜਿੱਥੇ ਜਦੋਂ ਸਾਖਿਆਤਕਾਰ ਬ੍ਰਹਮ ਹੋ ਜਾਂਦਾ, ਬ੍ਰਹਿਮੰਡਾਂ ਵਿੱਚ ਜੋਤ ਨਜ਼ਰ ਆਉਂਦੀ ਹੈ, ਆਪਣੇ ਅੰਦਰ ਬਾਹਰ ਜਦੋਂ ਇੱਕ ਰੂਪ ਹੋ ਜਾਂਦਾ ਹੈ, ਉੱਥੇ ਜਾ ਕੇ ਸਭ ਕੁਝ ਮਿਟ ਜਾਂਦਾ ਹੈ। ਉੱਥੇ ਤਾਂ ਆਪਣੇ ਆਪ ਹੀ ਜਾਪ ਹੁੰਦਾ ਹੈ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕੰਧਾਂ ਵਿੱਚ ਜਾਪ, ਧਰਤੀ ਚੋਂ ਜਾਪ, ਤੱਤਾਂ ਚੋਂ ਜਾਪ, ਪਾਣੀ ਚੋਂ ਜਾਪ,
फिर हर जगह जाप ही जाप है। जब लग आपा जाने न्यारा न अभेदता भली प्रकारा। ਜਦੋਂ ਤੱਕ ਆਪਣੇ ਆਪ ਨੂੰ ਆਪਾਂ ਵੱਖਰਾ ਸਮਝਦੇ ਆਂ ਉਦੋਂ ਤੱਕ ਆਪਣਾ ਵਾਹਿਗੁਰੂ ਨਾਲ ਮਿਲਾਪ ਨਹੀਂ ਹੁੰਦਾ। ਇਹ ਠੀਕ ਆ ਕਿ ਆਪਾਂ ਗੰਦੇ ਆਂ, ਮਾੜੇ ਆਂ, ਔਗਣਾਂ ਦੇ ਭਰੇ ਆਂ, ਮੈਲਾ ਮਨ ਹੈ, ਮਲ ਵਿਖੇਪ ਵਰਨ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਵਕੀਲੀ ਹੈ। ਇਹ ਠੀਕ ਆ ਕਿ ਆਪਾਂ ਮਾੜੇ ਆਂ, ਹੋਰ ਮਾੜੇ ਆਂ, ਹੋਰ ਮਾੜੇ ਆਂ, ਕੀੜੇ ਆਂ ਗੰਦਗੀ ਦੇ। ਪਰ ਮਹਾਰਾਜ ਨੇ ਕੱਲ ਕੀ ਸਮਝਾਇਆ ਸੀ? ਕਹਿੰਦੇ ਇੱਕ ਗੱਲ ਯਾਦ ਰੱਖੋ ਵੀ ਇੰਨੇ ਵੀ ਮਾੜੇ ਨਹੀਂ। ਉਹ ਕਿਉਂ? ਕਿਉਂਕਿ ਆਪਣੇ ਅੰਦਰ ਉਸੇ ਦੀ ਹੋਈ ਜੋਤ ਵੀ ਤਾਂ ਹੈ ਨਾ। ਉਹ ਜੋਤ ਵਾਹਿਗੁਰੂ ਦੀ ਜੋ ਸਾਡੇ ਅੰਦਰ ਹੈ ਤੇ ਉਹ ਵਾਹਿਗੁਰੂ ਜੋ ਜੋਤ ਰੂਪ ਹੈ, ਇਹ ਦੋਨੋਂ ਤਾਂ ਇੱਕ ਨੇ ਨਾ। ਕਹਿੰਦੇ ਤੁਸੀਂ ਆਪਣੇ ਗੰਦਗੀ ਨੂੰ ਇੱਕ ਪਾਸੇ ਕਰਕੇ ਇਹਦਾ ਧਿਆਨ ਛੱਡ ਕੇ ਇੱਕ ਆਪਣੀ ਆਤਮਾ ਤੇ ਇੱਕ ਪ੍ਰਮਾਤਮਾ, ਇਹ ਦੋਨਾਂ ਵਿੱਚ ਏਕਤਾ ਕਰੋ। ਉਹ ਬਾਕੀ ਦੀ ਚੀਜ਼ ਛੱਡ ਦਿਓ। ਜਿਵੇਂ ਜੀਵ ਦੀ ਅਲਪਗਤਾ ਛੱਡ ਦਿੱਤੀ ਸੀ ਕੱਲ। ਇਹ ਜੀਵ ਦਾ ਜੰਮਣਾ ਮਰਨਾ, ਭੁੱਖ ਪਿਆਸ, ਹਰਖ ਸੋਗ, ਫਿਰ ਆਇਆ ਸੀ ਇਹਦਾ ਅਧੀਨਤਾ, ਗੁਲਾਮ ਰਹਿੰਦਾ, ਕਰਮਾਂ ਦੇ ਬੰਧਨ ਵਿੱਚ ਪਿਆ ਰਹਿੰਦਾ ਹੈ। ਇਸ ਤਰ੍ਹਾਂ ਦੇ ਸਾਰੇ ਔਗਣ ਭੁੱਲ ਕੇ ਇੱਕ ਆਪਣੇ ਆਤਮਾ ਨੂੰ ਦੇਖੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ, ਮੂਲ ਪਛਾਣੈ ਤਾਂ ਸੋ ਜਾਣੈ, ਮਰਨ ਜੀਵਨ ਕੀ ਸੋਝੀ ਹੋਈ। ਕਹਿੰਦੇ ਉਹ ਜਿਹੜੀ ਆਤਮਾ ਸਿਰਫ ਉਹਦੇ ਵੱਲ ਦੇਖੋ। ਉਹ ਤਾਂ ਇੱਕ ਹੈ ਨਾ ਤੇਰੀ ਚੀਜ਼ ਸਾਡੇ ਪਾਸ। ਚਲੋ ਅਸੀਂ ਤਾਂ ਗੰਦਗੀ ਦੇ ਥੈਲੇ ਹਾਂ, ਸਾਡਾ ਮਨ ਵੀ ਖਰਾਬ ਹੈ, ਤਨ ਵੀ ਖਰਾਬ ਹੈ, ਬਾਣੀ ਵੀ ਖਰਾਬ, ਸਾਡੀ ਬੋਲ ਬਾਣੀ ਵੀ ਨਹੀਂ ਚੰਗੀ ਹੈ, ਅਸੀਂ ਅਪਵਿੱਤਰ ਹਾਂ। ਪਰ ਤੇਰੀ ਜਿਹੜੀ ਬਖਸ਼ੀ ਹੋਈ ਆਤਮਾ ਮੇਰੇ ਹਿਰਦੇ 'ਚ ਹੈ ਉਹ ਤਾਂ ਪਵਿੱਤਰ ਹੈ ਨਾ। ਉਹਦਾ ਤੇ ਤੇਰਾ ਮਿਲਾਪ ਹੋ ਜਾਵੇ ਤਾਂ ਮੇਰਾ ਆਪਣੇ ਆਪ ਹੋ ਜਾਵੇਗਾ, ਕਿਉਂਕਿ ਪ੍ਰਕਾਸ਼ ਹੋਣ ਦੀ ਦੇਰ ਹੈ। ਇਉਂ ਮਹਾਰਾਜ ਦੇ ਅੱਗੇ ਬੇਨਤੀਆਂ ਕਰੇ। ਜਬ ਲਗ ਆਪਾ ਜਾਣੇ ਨਿਆਰਾ ਮੈਂ ਅਭੇਦਤਾ ਭਲੀ ਪ੍ਰਕਾਰਾ। ਜਦੋਂ ਤੱਕ ਆਪਣਾ ਆਪ ਨਿਆਰਾ ਜਾਣਦਾ ਹੈ ਉਦੋਂ ਭੇਦਤਾ ਉਦੋਂ ਤੱਕ ਨਹੀਂ ਹੁੰਦੀ ਕਿ ਮੈਂ ਵੱਖਰਾ ਹਾਂ, ਉਹ ਵੱਡਾ ਹੈ, ਮੈਂ ਛੋਟਾ ਹਾਂ, ਮੈਂ ਪਾਪੀ ਹਾਂ, ਉਹ ਉੱਜਲ ਹੈ। ਇਸ ਤਰ੍ਹਾਂ ਵਖਰੇਵਾ ਉਦੋਂ ਕਰੀ ਜਾ ਨਿਮਰਤਾ ਦਿਖਾਉਣੀ ਹੋਵੇ। ਵਾਸਤਵ ਦੇ ਵਿੱਚ ਤਾਂ ਇਹ ਜਾਣ ਲੈਣਾ ਕਿ ਉਹ ਬ੍ਰਹਮ ਮੇਰੇ ਅੰਦਰ ਹੈ, ਮੇਰੇ ਬਾਹਰ ਹੈ। ਫੇਰ ਵਾਹਿਗੁਰੂ ਆਖੇ। ਵਾਹਿਗੁਰੂ ਦੇ ਕਹਿਣ ਤੋਂ ਪਹਿਲਾਂ ਸਿਮਰਨ ਕਰਨ ਵਿੱਚ ਬਹਿਣਾ ਤਾਂ ਪਹਿਲਾਂ ਸਿਰਫ ਆਤਮਾ ਦਾ ਧਿਆਨ ਕਰੇ ਕਿ ਆਤਮਾ ਹੀ ਪ੍ਰਮਾਤਮਾ ਹੈ। ਇਸ ਪ੍ਰਕਾਰ ਦੇ ਨਾਲ ਆਪਣੇ ਆਪ ਨੂੰ ਉਹਦੇ ਵਿੱਚ ਅਭੇਦ ਜਾਣੇ। ਤਬ ਲੋ ਸਤਨਾਮ ਲਿਵ ਲਾਵੈ ਨਾਨਾ ਬਿਗਨ ਹੋਣ ਨੈ ਪਾਵੈ। ਭਾਵੇਂ ਕਿ ਯਤਨ ਨਾਲ ਵੀ ਇਹਨਾਂ ਸਾਰੀਆਂ ਅਵਸਥਾ ਵਿੱਚ ਸਤਨਾਮ ਵਿੱਚ ਲਿਵ ਲਾਵੇ, ਕਿਉਂਕਿ ਅੱਗੇ ਤਾਂ ਅਛਲ ਨਾਮ ਚੱਲਣਾ ਹੈ ਨਾ, ਜਿਹਦੇ ਬਾਬਤ ਮਹਾਰਾਜ ਦਾ ਵਾਕ ਹੈ, ਸੋਈ ਨਾਮ ਅਛਲ ਭਗਤ ਹੈ, ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ। ਉਹ ਨਾਮ ਅੱਗੇ ਜਾ ਕੇ ਚੱਲਦਾ ਹੈ, ਪਰ ਪਹਿਲਾਂ ਤਾਂ ਸਤਨਾਮ ਵਾਹਿਗੁਰੂ ਦੀ ਲੋੜ ਪੈਂਦੀ ਮੂੰਹ ਨਾਲ ਕਹਿਣ ਦੀ। ਸ਼ੁਭ ਗੁਣ ਸ਼ਰਵਨ ਮਨਨ ਨਿਦਿਆਤ ਇਹ ਫੁਲਵਾੜੀ ਰਹੀ ਪ੍ਰਕਾਸ਼। ਇਹ ਸਾਡੇ ਅੰਦਰ ਫੁਲਵਾੜੀ ਹੈ ਸ਼ੁਭ ਗੁਣਾਂ ਦੀ, ਸਤ ਸੰਤੋਖ ਦਇਆ ਧਰਮ ਵਿਚਾਰ ਦੀ, ਸ਼ਰਵਣ ਮੰਨਣ ਨਿਧਿਆਸਣ ਦੀ। ਕਾਮ ਕ੍ਰੋਧ ਤੇ ਆਦ ਵਿਕਾਰੋ ਇਹ ਮ੍ਰਿਗ ਨਾਨਾ ਬਿਦਨ ਹਜ਼ਾਰੋ। ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਵਕੀਲੀ ਸਾਰਾ ਕੁਛ ਹੈ, ਇਹ ਕਹਿੰਦੇ ਮਾਨੋ ਹਜ਼ਾਰਾਂ ਮਿਰਗ ਨੇ। ਜੰਗਲ ਦੇ ਵਿੱਚ ਹਜ਼ਾਰਾਂ ਮਿਰਗ ਹੁੰਦੇ ਨੇ, ਸਾਡੇ ਸਰੀਰ ਵਿੱਚ ਵੀ ਹਜ਼ਾਰਾਂ ਦੀ ਗਿਣਤੀ 'ਚ ਨੇ। ਸਤਨਾਮ ਕੋ ਹਰ ਬਲ ਭਾਰੇ ਇਨੋ ਬਿਨਾ ਸ਼ੈ ਬਿਨਾ ਅਵਾਰੇ। ਜਿਹੜਾ ਫਿਰ ਸਤਨਾਮ ਵਾਹਿਗੁਰੂ ਦਾ ਜ਼ੋਰ ਹੈ ਉਹ ਬੜਾ ਤਕੜਾ ਜ਼ੋਰ ਹੈ, ਜਿਹੜੇ ਕਾਮ ਕ੍ਰੋਧ ਆਦਿਕ ਮਿਰਗਾਂ ਨੂੰ ਨਾਸ਼ ਕਰੇ। ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿੰਸ ਜਾਹੇ ਹਰ ਨਾਮ ਉਚਾਰੀ। ਇਸ ਕਰਕੇ ਨਾਮ ਦੇ ਉਚਾਰਨ ਨਾਲ ਹੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਣੀ ਦੌੜ ਜਾਂਦੇ ਨੇ। ਨਿਧਿਆਸਨ ਲਗ ਚਹੈ ਸਹਾਏ ਰਥੀ ਮਹਾਰਥੀ ਹੈ ਜਿਸ ਭਾਏ। ਸ਼ਰਵਣ ਮੰਨਣ ਤੇ ਨਿਧਿਆਸਣ ਤੱਕ ਸਹਾਇਤਾ ਚਾਹੁੰਦਾ ਹੈ। ਜਿਵੇਂ ਇੱਕ ਯੋਧਾ ਹੁੰਦਾ ਰੱਥੀ, ਇੱਕ ਮਹਾਰਥੀ, ਇੱਕ ਅਤਰਥੀ। ਰੱਥੀ ਜੋ 10 ਨਾਲ ਲੜੇ ਜਾਂ 100 ਨਾਲ ਲੜੇ। ਫਿਰ ਉਸ ਤੋਂ ਬਾਅਦ ਆਉਂਦਾ ਮਹਾਰਥੀ ਜੋ ਹਜ਼ਾਰਾਂ ਨਾਲ ਲੜੇ, ਉਹਨੂੰ ਵੀ ਸਹਾਇਤਾ ਦੀ ਲੋੜ ਪੈਂਦੀ ਹੈ। ਉਸ ਤੋਂ ਬਾਅਦ ਆਉਂਦਾ ਹੈਗਾ ਯੋਧਾ ਅਤਰਥੀ, ਜਿਹਨੂੰ ਹੋਰ ਕਿਸੇ ਲੋੜ ਨਹੀਂ, ਉਹ ਇਕੱਲਾ ਹੀ ਯੋਧਾ ਬੜਾ ਹੁੰਦਾ ਜੰਗ ਵਿੱਚ।
ਇਸ ਪ੍ਰਕਾਰ ਸਰਵਣ ਮੰਨਣ ਅਧਿਆਸਣ ਤੱਕ ਦੀ ਅਵਸਥਾ ਵਿੱਚ ਸਹਾਇਤਾ ਦੀ ਲੋੜ ਪੈਂਦੀ ਹੈ। ਸੰਤ ਸਹਾਈ RAM ਕੇ, ਸੰਤ ਸਹਾਈ ਪ੍ਰੇਮ ਕੇ, ਉਦੋਂ ਤੱਕ ਲੋੜ ਹੈ। ਅਤਿਰਥੀ ਗਿਆਨ ਸਿਖਿਆਤ ਸਗਰੇ ਬਿਘਨ ਕਰਤ ਹੈ ਸ਼ਾਂ। ਹੁਣ ਜਿਹੜਾ ਅਤਿਰਥੀ ਆ ਉਹ ਕੌਣ ਹੈ? ਜਿਹਨੂੰ ਸਾਖਿਆਤਤਾ ਹੋ ਜਾਂਦੀ ਹੈ, ਬ੍ਰਹਮ ਗਿਆਨੀ, ਬ੍ਰਹਮ ਦੇ ਵਿੱਚ ਚਲਿਆ ਜਾਂਦਾ ਹੈ ਜੋ, ਕਹਿੰਦੇ ਉਹਨੂੰ ਹੁਣ ਲੋੜ ਨਹੀਂ ਪੈਂਦੀ, ਉਹਦੇ ਸਾਰੇ ਵਿਘਨ ਆਪਣੇ ਆਪ ਹੀ ਦੂਰ ਹੋ ਜਾਂਦੇ ਹਨ। ਜਾ ਸਹਾਇਕ ਕੀਨੈ ਧਰੈ ਜੁਤੀ ਅਗਿਆਨ ਵਿਕਾਰਨ ਹਰੈ। ਉਹ ਨਹੀਂ ਚਾਹੁੰਦਾ ਕਿਸੇ ਦੀ ਸਹਾਇਤਾ, ਉਹਨੂੰ ਨਾਮ ਦੀ ਸਹਾਇਤਾ ਮਿਲ ਗਈ ਹੈ। ਸਾਰੇ ਵਿਘਨ ਵਿਕਾਰ ਸਭ ਚੀਜ਼ਾਂ ਉਹਦੀਆਂ ਖਤਮ ਹੋ ਜਾਂਦੀਆਂ ਨੇ। ਸਾਲਾਈ ਸਾਲਾਹੋ ਤਬਲੋ ਸੁਰਤ ਨਾ ਮਿਲੈ ਬ੍ਰਹਮ ਮੈਂ ਜਬਲੋ। ਜਦੋਂ ਤੱਕ ਬ੍ਰਹਮ ਦੇ ਵਿੱਚ ਸੁਰਤ ਨਹੀਂ ਮਿਲਦੀ ਉਦੋਂ ਤੱਕ ਸਾਲਾਹੀ ਸਾਲਾਹੇ, ਇਤੀ ਸੁਰਤ ਨਾ ਪਾਈ ਆ, ਇੰਨਾ ਨਹੀਂ ਤੈਨੂੰ ਗਿਆਨ ਕਿ ਜਦੋਂ ਤੱਕ ਨਦੀਆਂ ਆਤਾ ਵਾਹ ਪਵੈ ਸਮੁੰਦ ਨਾ ਜਾਣੀਆਂ ਹੈ, ਜਦੋਂ ਤੱਕ ਨਦੀਆਂ ਤੇ ਵਾੜੇ ਸਮੁੰਦਰ 'ਚ ਜਾ ਨਹੀਂ ਮਿਲਦੇ, ਉਹ ਨਹੀਂ ਰੁਕਦੇ। ਰਾਤ ਦਿਨ, ਗਰਮੀ ਸਰਦੀ ਬਰਸਾਤ ਝੱਲਦੇ ਨੇ, ਨਦੀ ਤੁਰੀ ਰਹਿੰਦੀ, ਸਮੁੰਦਰ 'ਚ ਜਾ ਮਿਲਦੀ ਤਾਂ ਰੁਕ ਜਾਂਦੀ ਹੈ। ਉਦੋਂ ਪਹਿਲਾਂ ਕਹਿੰਦੇ ਤੈਨੂੰ ਵੀ ਨਹੀਂ ਰੁਕਣਾ ਚਾਹੀਦਾ, ਸਲਾਉਂਦੇ ਜਾਓ ਸਲਾਉਂਦੇ ਜਾਓ ਸਲਾਉਂਦੇ ਜਾਓ। ਜਦ ਉਹਦੇ ਵਿੱਚ ਲੀਨ ਹੋ ਜਾਵਾਂਗੇ ਫਿਰ ਆਪਾਂ ਨੂੰ ਰੁਕਣ ਦੀ ਲੋੜ ਨਹੀਂ, ਫਿਰ ਤਾਂ ਮੰਜ਼ਿਲ ਆ ਜਾਂਦੀ ਹੈ। ਤਬਲੋ ਸਤਨਾਮ ਕੋ ਸਿਮਰਨ ਰਹੋ ਸਲਾਹ ਹੈ ਪ੍ਰਭ ਕੋ ਨਿਸ ਦਿਨ। ਉਦੋਂ ਤੱਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਉਦੋਂ ਤੱਕ ਸਿਮਰਨ ਕਰੀ ਜਾਓ ਕਿਉਂਕਿ ਇਹ ਜਿਹੜਾ ਗਿਆਨ ਸੁਣਿਆ ਖੁਸ਼ਕ ਹੈ, ਵਿਦਾਂਤ ਖੁਸ਼ਕ ਹੁੰਦਾ ਹੈ, ਪਰ ਆਪਾਂ ਇਹਨੂੰ ਕਾਫੀ ਵਿਦਾਂਤ ਨੂੰ ਸਨਿਗਧ ਕਰਕੇ ਸੁਣਾਇਆ। ਵਿਦਾਂਤ ਖੁਸ਼ਕੀ ਪਾ ਦਿੰਦਾ ਬੰਦੇ ਅੰਦਰ, ਪਰ ਇਹ ਜੇ ਗੁਰਬਾਣੀ ਦੀਆਂ ਤੁਕਾਂ ਦੇ ਨਾਲ ਜਾਂ ਸਮਝਾਉਣ ਵਾਲਾ ਬੰਦਾ ਹੋਵੇ ਫਿਰ ਖੁਸ਼ਕੀ ਪੈਦਾ ਨਹੀਂ ਹੁੰਦੀ ਅੰਦਰ। ਹਿਮ ਸਤਿਗੁਰ ਕੋ ਮਤ ਪਹਿਚਾਨ ਸੂਖਮ ਮਤ ਤੇ ਨਿਸ਼ਚੈ ਠਾਨ। ਇਸ ਤਰ੍ਹਾਂ ਸਤਿਗੁਰੂ ਦਾ ਮਤ ਹੈ, ਉਹਨੂੰ ਪਹਿਚਾਨਣਾ ਕਰੋ। ਸੂਖਮ ਮਤ ਹੈ, ਉਹਦੇ ਸੂਖਮ ਮਤ ਨੂੰ ਗ੍ਰਹਿਣ ਕਰਕੇ ਨਿਸ਼ਚਾ ਕਰੋ। ਏਕ ਰੂਪ ਹੋਵਨ ਲਗ ਨੀਕੇ ਸਤਨਾਮ ਸਿਮਰੈ ਵਿੱਚ ਜੀ ਕੇ। ਜਦੋਂ ਤੱਕ ਆਪਾਂ ਵਾਹਿਗੁਰੂ ਨਾਲ ਇੱਕ ਮਿਕ ਨਹੀਂ ਹੋ ਜਾਂਦੇ ਉਦੋਂ ਤੱਕ ਆਪਣੇ ਮਨ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਕਰਨਾ। ਕਦੋਂ ਤੱਕ ਕਰਨਾ, ਕਿੰਨਾ ਕੁ ਕਰਨਾ? ਮਹਾਰਾਜ ਕਹਿੰਦੇ ਸਵਾਸ ਸਵਾਸ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰਾ ਚਿੰਦ। ਕਹਿੰਦੇ ਕਰੋ ਤਾਂ ਸਹੀ, ਸਵਾਸ ਸਵਾਸ ਸਿਮਰਨ ਕਰੋ। ਪ੍ਰਭ ਕੀ ਭਗਤ ਨਹੀਂ ਕਬ ਤਿਆਗੈ ਸਾਖਿਆਤ ਲਗ ਉਰ ਅਨਰਾਗੈ। ਪ੍ਰਭੂ ਦੀ ਭਗਤੀ ਨਾ ਤਿਆਗੋ, ਕਦੇ ਨਾ ਤਿਆਗੋ ਜਦ ਤੱਕ ਉਹ ਸਾਖਿਆਤ ਨਹੀਂ ਹੁੰਦਾ, ਜਦ ਤੱਕ ਰੋਟੀ ਨਹੀਂ ਮਿਲਦੀ। ਘਰੇ ਬੈਠ ਭੁੱਖ ਲੱਗੀ, ਆਪਾਂ ਰੌਲਾ ਪਾਈ ਜਾਂਦੇ, ਰੋਟੀ 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 ਨਹੀਂ ਲਿਆਂਦੀ, ਬਣੀ ਨਹੀਂ ਰੋਟੀ। ਕੀ ਕਾਰਨ ਹੈ? ਰੌਲਾ ਪੈਂਦਾ। ਜਿਉਂ ਹੀ ਥਾਲੀ ਅੱਗੇ ਟੇਕੀ ਰੋਟੀ ਦੀ, ਬੋਲਣਾ ਬੰਦ, ਬੁਰਕੀ ਮੂੰਹ ਜੋ ਪੈ ਗਈ। ਮਹਾਰਾਜ ਕਹਿੰਦੇ ਜਦ ਤੱਕ ਉਹਦੀ ਪ੍ਰਾਪਤੀ ਨਹੀਂ ਉਦੋਂ ਤੱਕ ਕਿਉਂ ਛੱਡਣਾ ਵਾਹਿਗੁਰੂ ਵਾਹਿਗੁਰੂ ਕਰਨਾ। ਜਦੋਂ ਵਾਹਿਗੁਰੂ ਸਾਖਿਆਤ ਸਾਹਮਣੇ ਖੜੇ ਹੋ ਜਾਣਗੇ, ਪ੍ਰਕਾਸ਼ ਹੋ ਜਾਣਗੇ, ਫਿਰ ਆਪਣੇ ਆਪ ਹੀ ਤੁਹਾਡਾ ਬੋਲਣਾ ਚੁੱਪ ਹੋ ਜਾਵੇ। ਸਾਲਾ ਹੀ ਸਾਲਾ ਮਝਾਰ ਇਹ ਆਸ਼ਾ ਗੁਰ ਕੀਨ ਉਚਾਰ। ਗੁਰਾਂ ਨੇ ਆਸ਼ਾ ਉਚਾਰਨ ਕੀਤਾ ਹੈ ਕਿ ਸਾਲਾਹੀ ਜੋ ਸਲਾਉਣੇ ਯੋਗ ਵਾਹਿਗੁਰੂ ਹੈ ਉਹ ਸਲਾਉਤਾ ਦੇ ਵਿੱਚ ਹੀ ਹੈ। ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਵਾਹਿਗੁਰੂ ਨੇ ਮਿਲਣਾ ਹੈ। ਸਾਖਿਆਤ ਪਰ ਤੁਕ ਜੈ ਬਨੇ ਤਹਾਂ ਭਗਤ ਸ਼੍ਰੀ ਨਾਨਕ ਭਨੇ। ਤੋ ਜਿੱਥੇ ਸਾਖਿਆਤਤਾ ਦੇ ਉੱਤੇ ਤੁਕ ਬਣੀ ਹੈ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤੀ ਦਾ ਹੀ ਵਰਣਨ ਕੀਤਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਹਾਨੂੰ ਭਾਉਂਦੀ ਆ ਉਹੀ ਕਾਰ ਭਲੀ ਹੈ। हे ਨਿਰੰਕਾਰ ਜੀ ਤੁਸੀਂ ਸਦਾ ਸਲਾਮਤ ਹੋ। ਸ਼ਰਨ ਮਦਨ ਨਿਧਿਆਸਨ ਪਾਛੇ ਪ੍ਰਭ ਭਾਣਾ ਪੁਨ ਮਾਨੈ ਆਛੇ। ਕਹਿੰਦੇ ਹੁਣ ਇਹ ਨਹੀਂ ਕਿ ਮੈਂ ਸੁਣਦਾ ਹਾਂ, ਮੈਂ ਮੰਨਦਾ, ਮੈਂ ਕਮਾਉਂਦਾ ਹਾਂ, ਸਭ ਗੱਲਾਂ ਠੀਕ ਹੈ, ਪਰ ਇਹਦੇ ਨਾਲ ਨਾਲ
ਭਾਣਾ ਮੰਨਣਾ ਸਭ ਤੋਂ ਵੱਡੀ ਗੱਲ ਹੈ। ਗੁਰਮੁਖ ਤੇਰਾ ਭਾਣਾ ਭਾਵੈ। ਜਦ ਤੱਕ ਭਾਣਾ ਨਹੀਂ ਮੰਨਦੇ ਉਦੋਂ ਤੱਕ ਭਗਤੀ ਸੰਪੂਰਨ ਨਹੀਂ ਹੁੰਦੀ ਹੈ। ਸਾਖਿਆਤ ਕੀ ਤੁਕ ਕੇ ਨੇਰੇ, ਚਾਰ ਹੀ ਥਾਨ ਕਈ ਚੌਂਬੇਰੇ। ਇਹ ਸਾਖਿਆਤ ਦੀ ਤੁਕ 4 ਵਾਰੀ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ ਕਹੀ ਹੈ। ਸ਼ਰੁਤ ਮੈਂ ਮਹਾਵਾਕ ਜਿਮ ਚਾਰ, ਤਿਮ ਜਪਜੀ ਮੈਂ 4 ਉਚਾਰ। ਜਿਵੇਂ ਵੇਦਾਂ ਦੇ ਵਿੱਚ 4 ਮਹਾਵਾਕ ਨੇ, ਇਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ 4 ਵਾਰੀ ਮਹਾਵਾਕ ਉਚਾਰਿਆ ਹੈ। ਮਿਲਿਓ ਭਗਤ ਸੋ ਗਿਆਨ ਬਖਾਨਾ, ਕਲ ਮੈਂ ਕੇਵਲ ਨੈ ਸ਼ੁਭ ਜਾਨਾ। ਸੋ ਇਹ ਜਿਹੜਾ ਹੈ ਭਗਤੀ ਤੇ ਗਿਆਨ ਕਥਨ ਕੀਤਾ ਹੈ। ਕਲਯੁਗ ਦੇ ਵਿੱਚ ਇਹ ਸਾਰਿਆਂ ਨਾਲੋਂ ਸ਼ੁਭ ਹੈ। ਫੋਕਟ ਗਿਆਨ ਨਹੀਂ ਚੱਲਣਾ ਹੁਣ। ਕੱਲਾ ਗਿਆਨ ਪਹਿਲਾਂ ਚੱਲਦਾ ਸੀਗਾ, ਹੁਣ ਭਗਤੀ ਦੇ ਵਿੱਚ ਮਿਲਿਆ ਹੋਇਆ ਗਿਆਨ ਹੀ ਕਰਮ ਕਰਦਾ ਹੈ। ਸ਼ੁਭ ਗਤ ਤੂੰ ਕੋਈ ਨਰ ਪਾਵੈ, ਸੁਨ ਬ੍ਰਹਮ ਗਿਆਨ ਵਿਗੜ ਬੋ ਜਾਵੈ। ਕਹਿੰਦੇ ਹੁਣ ਬ੍ਰਹਮ ਗਿਆਨ ਸੁਣਿਆ ਆਪਾਂ, 15 ਦਿਨ ਲੱਗ ਗਏ ਆਪਾਂ ਨੂੰ ਬ੍ਰਹਮ ਗਿਆਨ ਸੁਣਦਿਆਂ। ਕਹਿੰਦੇ ਇਹਨੂੰ ਸੁਣ ਕੇ ਬਹੁਤੇ ਬੰਦੇ ਤਾਂ ਵਿਗੜ ਜਾਂਦੇ ਨੇ, ਅਸਲ ਗਿਆਨ ਨੂੰ ਤਾਂ ਪਹੁੰਚਦੇ ਨਹੀਂ ਗਏ। ਜਿਵੇਂ ਉੱਥੇ ਦੇ ਪੰਡਤ ਜਿਹੜੇ ਕਾਂਸ਼ੀ ਦੇ, ਬੜੇ ਪਰੇਸ਼ਾਨ। ਇੱਕ ਵਾਰ ਦੀ ਗੱਲ, ਮਿਲਣ ਗਏ ਸਿੰਘ, ਉਹ ਕਹਿੰਦੇ ਅਸੀਂ ਬੜੇ ਪਰੇਸ਼ਾਨ ਨੇ। ਲੋਕ ਇੱਥੇ ਵਿਦਾਂਤ ਸਾਧੂ ਸਿੱਖ ਤਾਂ ਲੈਂਦੇ ਐ, ਫਿਰ ਇੰਨੀਆਂ ਗਲਤੀਆਂ ਕਰਦੇ ਐ। ਉਹ ਕਹਿੰਦੇ ਜੀ ਆਤਮਾ ਤਾਂ ਨਿਆਰਾ ਹੈ, ਉਹਨੂੰ ਕਿਹੜਾ ਕੋਈ ਫਰਕ ਪੈਂਦਾ, ਫਿਰ ਦੁਨੀਆ ਭਰ ਦੀਆਂ ਗਲਤੀਆਂ ਕਰਦੇ ਆ, ਹਮ ਤੋਂ ਗਿਆਨਵਾਨ ਹੈ। ਕਹਿੰਦੇ ਇਹ ਮਹਾਰਾਜ ਕਹਿੰਦੇ ਇਹੋ ਜਿਹਾ ਖੁਸ਼ਕ ਗਿਆਨ ਦੀ ਲੋੜ ਨਹੀਂ ਹੈ। ਭਗਤੀ ਦੇ ਸਮੇਤ ਅਸਲ ਬ੍ਰਹਮ ਗਿਆਨ ਹੋਵੇ। ਇਹ ਨਕਲੀ ਬ੍ਰਹਮ ਗਿਆਨੀ ਜਿਹੜੇ ਨੇ, ਐਸੇ ਜਿਨ੍ਹਾਂ ਨੂੰ ਐਸਾ ਗਿਆਨ ਹੋ ਜਾਂਦਾ ਹੈ ਸੁਣ ਸੁਣ ਕੇ, ਉਹ ਨਕਲੀ ਬ੍ਰਹਮ ਗਿਆਨ ਹੈ। ਜਾਂ ਤੇ ਰੂਖੋ ਗਿਆਨ ਨ ਭਨਿਓ, ਜੈ ਕਹਿ ਕਹਿਓ ਭਗਤ ਕੇ ਸਨਿਓ। ਇਸ ਕਰਕੇ ਰੁੱਖਾ ਗਿਆਨ ਨਹੀਂ ਕਿਹਾ ਬਾਣੀ 'ਚ, ਜਦੋਂ ਵੀ ਕਿਹਾ ਭਗਤੀ ਦੇ ਸੰਯੁਕਤ ਗਿਆਨ ਨੂੰ ਕਿਹਾ ਹੈ। ਹੰਗ ਬ੍ਰਹਮਸਮੀ ਵਹਿਰ ਨ ਗਾਵੋ, ਇਹ ਬ੍ਰਿਤੀ ਹੀ ਰਹਿ ਬਿਖੈ ਟਿਕਾਵੋ। ਕਹਿੰਦੇ ਕਥਾ ਸੁਣ ਲਈ ਠੀਕ ਹੈ, ਪਰ ਕਦੇ ਮੂੰਹ ਨਾਲ ਨਾ ਆਖਿਓ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ। ਇਹ ਗੱਲ ਮੂੰਹ ਨਾਲ ਆਖਣ ਵਾਲੀ ਨਹੀਂ ਹੁੰਦੀ, ਇਹ ਅੰਦਰੇ ਅੰਦਰ ਹਿਰਦੇ ਵਿੱਚ ਟਿਕਾ ਕੇ ਰੱਖਣੀ ਹੈ ਗੱਲ। ਬਾਹਰ ਕਹੋਗੇ ਨੁਕਸਾਨ ਖਾ ਜਾਓਗੇ। ਬਾਹਰ ਪ੍ਰਭ ਕੇ ਦਾਸੀ ਉਚਾਰੋ, ਸੰਤਨ ਬਿਖੈ ਭਾਉ ਕੋ ਧਾਰੋ। ਕਹਿੰਦੇ ਬਾਹਰਲੀ ਕਿਰਿਆ ਕਿਵੇਂ ਰੱਖਣੀ ਹੈ? ਦਾਸ, ਮੈਂ ਤਾਂ ਸੇਵਾਦਾਰ ਹਾਂ, ਮੈਂ ਤਾਂ ਦਾਸ ਹਾਂ। ਸੋ ਜਿਵੇਂ ਭਾਈ ਸ਼ਾਮ ਸਿੰਘ ਜੀ ਸਰੰਦੇ ਵਾਲੇ, ਹਰਮੰਦਰ ਸਾਹਿਬ 70 ਸਾਲ ਜਿਨ੍ਹਾਂ ਨੇ ਬਿਨਾਂ ਭੇਟਾ ਤੋਂ ਕੀਰਤਨ ਕੀਤਾ ਹੈ, ਉਹ ਕੀਰਤਨ ਤੋਂ ਬਾਅਦ ਖੁਰਪਾ ਤੇ ਇੱਕ ਛੋਟੀ ਜੀ ਕਹੀ ਜੀ, ਇੱਕ ਤਸਲਾ ਜਿਹਾ ਲੈ ਕੇ ਕਬੂਤਰਾਂ ਦੀਆਂ ਬਿੱਠਾਂ ਜਿਹੀਆਂ ਸਾਫ਼ ਕਰਿਆ ਕਰਦੇ ਸੀ। ਜ਼ਿਆਦਾ ਝਾੜੂ ਰੱਖਦੇ ਛੋਟਾ ਜਿਹਾ। ਕੋਈ ਪ੍ਰੇਮੀ ਉਹਨਾਂ ਨੂੰ ਮਿਲਣ ਗਿਆ ਪ੍ਰਕਰਮਾਂ 'ਚ, ਉਹਨਾਂ ਨੂੰ ਹੀ ਪੁੱਛਦਾ ਇੱਥੇ ਸ਼ਾਮ ਸਿੰਘ ਜੀ ਸਰੰਦੇ ਵਾਲੇ ਸੁਣੀਦੇ ਨੇ, ਕਿੱਥੇ ਮਿਲਣਗੇ? ਕਹਿੰਦੇ ਪਤਾ ਨਹੀਂ ਭਾਈ, ਇੱਥੇ ਕਿਤੇ ਹੋਣੇ, ਦੇਖ ਲਓ। ਮੈਂ ਦੱਸਾ ਭਾਵ ਹੁੰਦਾ ਰੱਬ ਦੇ ਪਿਆਰਿਆਂ ਦੇ ਵਿੱਚ, ਜਾਂ ਆਪਣਾ ਆਪ ਇੱਕਦਮ ਨਹੀਂ ਜਣਾਉਂਦੇ ਹੁੰਦੇ। ਕਈ ਬ੍ਰਹਮ ਗਿਆਨੀਆਂ ਦੇ ਕੋਲ ਗਏ ਆ, ਅੱਗੇ ਉਹ ਹੀ ਨਹੀਂ ਕਹਿਣਗੇ ਕਿ ਮੈਂ ਉਹ ਆ, ਕਹਿਣਗੇ ਇੱਥੇ ਹੀ ਕਿਤੇ ਹੋਣਗੇ, ਦੇਖ ਲਓ। ਫਿਰ ਸੇਵਾਦਾਰ ਹੀ ਦੱਸਦੇ ਇਹੀ ਨੇ, ਇਹੀ ਨੇ, ਫਿਰ ਪਤਾ ਲੱਗਦਾ ਇਹ ਆਪ ਹੀ ਨੇ। ਇਸ ਪ੍ਰਕਾਰ ਜਦੋਂ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਆਪ, ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੀ ਨਹੀਂ ਮੈਂ ਕੌਣ ਆ। ਕਹਿੰਦੇ ਅੱਛਾ ਉਹਨਾਂ ਨੂੰ ਮਿਲਣਾ ਤਪਾ ਜੀ ਨੂੰ, ਚਲੋ ਮੈਂ ਮਿਲਾਉਂਦਾ ਹਾਂ। ਘੋੜੇ ਦੀ ਵਾਂਗ ਪਕੜ ਲਈ, ਲੈ ਕੇ ਤੁਰ ਪਏ।